अस्सलाम वालेकुम दोस्तों, स्वागत है आप सब दा पीरां फकीरां दी नगरी चैनल विच। नाज़रीन, अज मैं आप सब दे ईमान नूं ताज़ा करन लई एक गौस पाक पीर 11वीं वाली सरकार दा एक करामत एक किस्सा लैके हाज़िर होया हाँ। दोस्तों, एक नगर दे विच एक पिंड दे विच एक परिवार रहिंदा सी ਅਤੇ ਜਿਸ ਪਰਿਵਾਰ ਦੇ ਵਿੱਚ 6 ਲੜਕੀਆਂ ਸੀ ਅਤੇ 7ਵੇਂ ਬੱਚੇ ਦੀ ਪੈਦਾਇਸ਼ ਹੋਣ ਵਾਲੀ ਸੀ। ਉਸ ਔਰਤ ਦੇ ਪਤੀ ਨੇ ਕਿਹਾ ਕਿ 6 ਲੜਕੀਆਂ ਪਹਿਲਾਂ ਆ, ਜੇ 7ਵੀਂ ਔਲਾਦ ਵੀ ਕੁੜੀ ਹੋ ਗਈ ਤਾਂ ਮੈਂ 7 ਕੁੜੀਆਂ ਅਤੇ ਤੈਨੂੰ ਮਾਰ ਦੇਵਾਂਗਾ। ਉਸਨੇ ਕਿਹਾ ਕਿ 7ਵਾਂ ਲੜਕਾ ਹੀ ਹੋਣਾ ਚਾਹੀਦਾ ਹੈ। ਉਹ ਔਰਤ ਵਿਚਾਰ ਕਰਦੀ ਆ, ਲੋਕਾਂ ਕੋਲੋਂ ਇਸ ਦਾ ਹੱਲ ਪੁੱਛਦੀ ਪਛਾਉਂਦੀ। ਕਿਸੇ ਨੇ ਦੱਸਿਆ ਕਿ ਉਸ ਔਰਤ ਨੂੰ ਕਿ ਤੂੰ ਬਗਦਾਦ ਵਿੱਚ ਅਬੂ ਸਵਾਲੀਆ ਪੀਰ ਦੇ ਕੋਲ ਚਲੀ ਜਾ, ਉਹ ਕਿਸੇ ਨੂੰ ਵੀ ਖਾਲੀ ਨਹੀਂ ਮੋੜਦੇ, ਤੇਰੀ ਵੀ ਦੁਆ ਜ਼ਰੂਰ ਪੂਰੀ ਕਰਨਗੇ। ਉਹ ਔਰਤ ਹੁਣ ਪੁੱਛਦੀ ਪੁੱਛਦੀ ਬਗਦਾਦ ਚਲੀ ਗਈ। ਬਗਦਾਦ ਜਾ ਕੇ ਅਬੂ ਸਵਾਲੀਆ ਪੀਰ ਦਾ ਦਰਬਾਰ ਲੱਭ ਲਿਆ। ਦਰਬਾਰ ਵਿੱਚ ਜਾ ਕੇ ਦੁਆ ਸਲਾਮ ਕਰਕੇ ਕਿਹਾ ਕਿ ਸਰਕਾਰ ਮੇਰੇ ਤੇ ਕਰਮ ਕਰ ਦਿਓ। ਉਸ ਔਰਤ ਨੇ ਕਿਹਾ ਕਿ ਮੇਰੇ ਘਰ ਦੇ ਵਿੱਚ ਪਹਿਲਾਂ ਹੀ 6 ਲੜਕੀਆਂ ਹਨ ਅਤੇ 7ਵੀਂ ਔਲਾਦ ਦਾ ਜਨਮ ਹੋਣ ਵਾਲਾ ਹੈ ਅਤੇ ਮੇਰੇ ਪਤੀ ਨੇ ਕਿਹਾ ਹੈ ਕਿ ਜੇ 7ਵੀਂ ਔਲਾਦ ਵੀ ਲੜਕੀ ਪੈਦਾ ਹੋ ਗਈ ਤਾਂ ਮੈਂ 7 ਲੜਕੀਆਂ ਅਤੇ ਤੈਨੂੰ ਮਾਰ ਦੇਵਾਂਗਾ। ਉਸ ਔਰਤ ਨੇ ਸਰਕਾਰ ਅਬੂ ਸਵਾਲੀਆ ਪੀਰ ਨੂੰ ਕਿਹਾ ਕਿ ਮੇਰੇ ਤੇ ਕਰਮ ਕਰੋ ਅਤੇ ਮੈਨੂੰ ਪੁੱਤਰ ਬਖਸ਼ ਦਿਓ। ਉਸਨੇ ਕਿਹਾ ਕਿ ਮੈਨੂੰ ਬਚਾਓ ਅਤੇ ਮੇਰੇ ਹੋਣ ਵਾਲਾ ਬੱਚਾ ਲੜਕਾ ਹੋਵੇ। ਅਬੂ ਸਵਾਲੀਆ ਪੀਰ ਨੇ ਸਾਫ਼ ਇਨਕਾਰ ਕਰ ਦਿੱਤਾ, ਮਨਾ ਕਰ ਦਿੱਤਾ। ਉਹਨਾਂ ਕਿਹਾ ਕਿ ਰੱਬ ਦੇ ਘਰ ਦਾ ਸਾਨੂੰ ਕੋਈ ਭੇਦ ਨਹੀਂ। ਉਹਨਾਂ ਨੇ ਕਿਹਾ ਕਿ ਬੀਬੀ ਤੂੰ ਇੱਥੋਂ ਚਲੀ ਜਾ, ਅਸੀਂ ਕੁਝ ਨਹੀਂ ਕਰ ਸਕਦੇ, ਇਹ ਸਾਰਾ ਕੁਝ ਅੱਲਾਹ ਪਾਕ ਦੇ ਹੱਥ ਵੱਸ ਹੈ। ਜਦ ਸਰਕਾਰ ਨੇ ਜਵਾਬ ਦੇ ਦਿੱਤਾ ਤਾਂ ਉਹ ਔਰਤ ਰੋਂਦੀ ਕੁਰਲਾਉਂਦੀ ਵਾਪਸ ਚਲੀ ਗਈ। ਜਦ ਉਹ ਔਰਤ ਰਸਤੇ ਵਿੱਚ ਵਾਪਸ ਜਾ ਰਹੀ ਆ ਤਾਂ ਸਰਕਾਰ ਗੌਸ ਪਾਕ ਪੀਰ ਜੀ, ਜੋ ਕਿ ਆਪਣੀ ਬਚਪਨ ਦੀ ਅਵਸਥਾ ਵਿੱਚ ਸੀ, ਅਜੇ 5-6 ਸਾਲ ਦੇ ਹੀ ਸਨ, ਮਿਲ ਪੈਂਦੇ ਆ ਅਤੇ ਸਰਕਾਰ ਗੌਸ ਪਾਕ ਪੀਰ ਜੀ ਉਸ ਬੀਬੀ ਨਾਲ ਗੱਲ ਕਰਦੇ ਆ ਕਿ ਐ ਬੀਬੀ ਤੂੰ ਦਰਬਾਰ ਦੇ ਵਿੱਚੋਂ ਰੋਂਦੀ ਜਾ ਰਹੀ ਆ। ਸਰਕਾਰ ਨੇ ਕਿਹਾ ਕਿ ਇਸ ਦਰਬਾਰ ਵਿੱਚੋਂ ਕੋਈ ਵੀ ਖਾਲੀ ਨਹੀਂ ਜਾਂਦਾ, ਲੋਕ ਰੋਂਦੇ ਆਉਂਦੇ ਆ ਤੇ ਹੱਸਦੇ ਹੋਏ ਜਾਂਦੇ ਆ। ਬੀਬੀ ਤੂੰ ਰੋਂਦੀ ਆ ਰਹੀ ਆ, ਵਜ੍ਹਾ ਕੀ ਆ? ਉਹ ਬੀਬੀ ਵਿਚਾਰ ਕਰਦੀ ਆ ਕਿ ਇਹ ਛੋਟਾ ਜਿਹਾ ਬੱਚਾ, ਮੈਂ ਇਸ ਨਾਲ ਕੀ ਗੱਲ ਕਰਾਂ, ਮੈਂ ਇਸ ਨੂੰ ਕੀ ਦੱਸਾਂ। ਪਰ ਜਦ ਗੌਸ ਪਾਕ ਪੀਰ ਜੀ ਨੇ ਜ਼ਿੱਦ ਕੀਤੀ ਤਾਂ ਉਸ ਬੀਬੀ ਨੇ ਦੱਸਿਆ ਕਿ ਮੈਂ ਇਸ ਕੰਮ ਲਈ ਆਈ ਹਾਂ। ਉਸਨੇ ਕਿਹਾ ਕਿ ਮੇਰੇ ਘਰ ਦੇ ਵਿੱਚ 6 ਬੱਚੀਆਂ ਨੇ ਅਤੇ 7ਵੀਂ ਔਲਾਦ ਪੈਦਾ ਹੋਣ ਵਾਲੀ ਹੈ ਅਤੇ ਮੇਰੇ ਪਤੀ ਨੇ ਕਿਹਾ ਹੈ ਕਿ ਜੇ 7ਵੀਂ ਔਲਾਦ ਵੀ ਲੜਕੀ ਪੈਦਾ ਹੋ ਗਈ ਤਾਂ ਮੈਂ 7 ਲੜਕੀਆਂ ਤੇ ਤੈਨੂੰ ਮਾਰ ਦਿਆਂਗਾ। ਉਸ ਬੀਬੀ ਨੇ ਦੱਸਿਆ ਕਿ ਮੈਂ ਇਸ ਲਈ ਆਈ ਸੀ ਕਿ ਸਰਕਾਰ ਮੇਰੇ ਤੇ ਕਰਮ ਕਰ ਦੇਣ ਅਤੇ ਮੇਰੇ ਪੇਟੋਂ ਹੋਣ ਵਾਲਾ ਬੱਚਾ ਲੜਕਾ ਪੈਦਾ ਹੋ ਜਾਵੇ। ਗੌਸ ਪਾਕ ਸਰਕਾਰ ਨੇ ਇਹ ਗੱਲ ਸੁਣੀ ਅਤੇ ਬੀਬੀ ਨੂੰ ਕਿਹਾ ਕਿ ਬੀਬੀ ਤੂੰ ਵਾਪਸ ਚੱਲ, ਆਪਾਂ ਉੱਥੋਂ ਖਾਲੀ ਮੁੜਨਾ ਹੀ ਨਹੀਂ, ਉੱਥੋਂ ਕੋਈ ਖਾਲੀ ਮੁੜਦਾ ਹੀ ਨਹੀਂ। ਆਪਾਂ ਇਹ ਗੱਲ ਕਹਾ ਕੇ ਆਉਣੀ ਆ ਕਿ ਮੁੰਡਾ ਹੀ ਹੋਵੇਗਾ, ਕਿ ਲੜਕਾ ਹੀ ਹੋਵੇਗਾ, ਇਹ ਗੱਲ ਆਪਾਂ ਕਹਾ ਕੇ ਆਉਣੀ ਆ। ਗੌਸ ਪਾਕ ਸਰਕਾਰ ਨੇ ਕਿਹਾ ਕਿ ਮੈਂ ਤੇਰੇ ਨਾਲ ਚੱਲਦਾ, ਮੈਂ ਬਾਹਰ ਖੜਾਂਗਾ ਤੇ ਤੂੰ ਅੰਦਰੋਂ ਉਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਸਰਕਾਰ ਇਹ ਕਹਿੰਦੇ ਨਹੀਂ ਕਿ ਲੜਕਾ ਹੀ ਪੈਦਾ ਹੋਵੇਗਾ। ਉਹ ਬੀਬੀ ਚਲੀ ਗਈ। ਜਾ ਕੇ ਫੇਰ ਮਿੰਨਤਾਂ ਤਰਲੇ ਕਰਦੀ ਆ ਕਿ ਸਰਕਾਰ ਕਹਿ ਦਿਓ ਕਿ ਲੜਕਾ ਹੀ ਪੈਦਾ ਹੋਵੇਗਾ।
ਤਾਂ ਪੀਰ ਅਬੂ ਸਵਾਲੀਆ ਨੇ ਕਿਹਾ ਕਿ ਅਸੀਂ ਕਿੱਦਾਂ ਕਹਿ ਦਈਏ, ਇਹ ਗੱਲ ਨਹੀਂ ਹੋ ਸਕਦੀ ਤੇ ਤੂੰ ਵਾਪਸ ਆ ਗਈ ਆ, ਹੁਣ ਹਜੇ ਤਾਂ ਤੈਨੂੰ ਭੇਜਿਆ। ਉਹਨਾਂ ਕਿਹਾ ਕਿ ਤੂੰ ਵਾਪਸ ਚਲੀ ਜਾ ਅਤੇ ਮੁੜ ਕੇ ਫੇਰ ਨਾ ਆਵੀਂ। ਉਹ ਬੀਬੀ ਫਿਰ ਵਾਪਸ ਜਾਂਦੀ ਆ ਤਾਂ ਬੂਹੇ ਤੋਂ ਬਾਹਰ ਗੌਸ ਪਾਕ ਸਰਕਾਰ ਖੜੇ ਸੀ। ਗੌਸ ਪਾਕ ਸਰਕਾਰ ਨੇ ਕਿਹਾ ਕਿ ਨਹੀਂ, ਖਾਲੀ ਨਹੀਂ ਮੁੜਨਾ, ਇਹ ਗੱਲ ਕਹਾ ਕੇ ਹੀ ਆਉਣੀ ਆ ਕਿ ਤੇਰੇ ਲੜਕਾ ਹੀ ਪੈਦਾ ਹੋਵੇਗਾ। ਸੋ ਜਿਸ ਵੇਲੇ ਤੀਸਰੀ ਦਫਾ ਉਹ ਬੀਬੀ ਅਬੂ ਸਵਾਲੀਆ ਪੀਰ ਦੇ ਕੋਲ ਚਲੀ ਗਈ ਤਾਂ ਉਹਨਾਂ ਨੇ ਕਿਹਾ ਕਿ ਤੂੰ ਝੱਟ ਚਲੀ ਜਾਂਦੀ ਹੈ ਤੇ ਝੱਟ ਵਾਪਸ ਆ ਜਾਂਦੀ ਆ। ਉਹਨਾਂ ਕਿਹਾ ਕਿ ਇਹ ਦੱਸ ਕਿ ਤੈਨੂੰ ਵਾਪਸ ਕੌਣ ਭੇਜ ਰਿਹਾ ਹੈ। ਉਸ ਬੀਬੀ ਨੇ ਕਿਹਾ ਕਿ ਮੈਨੂੰ ਕੋਈ ਨਹੀਂ ਭੇਜ ਰਿਹਾ ਅਤੇ ਕਿਹਾ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ, ਬਸ ਇਹ ਗੱਲ ਕਹਿ ਦਿਓ ਕਿ ਹੋਣ ਵਾਲਾ ਬੱਚਾ ਲੜਕਾ ਹੀ ਪੈਦਾ ਹੋਵੇਗਾ। ਸਰਕਾਰ ਨੇ ਕਿਹਾ ਕਿ ਅਸੀਂ ਨਹੀਂ ਕਹਿ ਸਕਦੇ, ਤੂੰ ਵਾਪਸ ਚਲੀ ਜਾ। ਉਹ ਬੀਬੀ ਫਿਰ ਰੋਂਦੀ ਕਰਲਾਉਂਦੀ ਵਾਪਸ ਮੁੜ ਗਈ ਅਤੇ ਜਦੋਂ ਬੂਹੇ ਵਿੱਚ ਜਾਂਦੀ ਆ ਤਾਂ ਸਰਕਾਰ ਨੇ ਫੇਰ ਧੱਕਾ ਮਾਰ ਦਿੱਤਾ ਕਿ ਪੁੱਤਰ ਦੀ ਦਾਤ ਲੈ ਕੇ ਹੀ ਆਉਣਾ ਹੈ। ਜਿਸ ਵੇਲੇ ਧੱਕਾ ਮਾਰਿਆ ਤਾਂ ਉਸ ਬੀਬੀ ਨੇ ਸਰਕਾਰ ਗੌਸ ਪਾਕ ਪੀਰ ਜੀ ਦੀ ਬਾਂਹ ਫੜ ਲਈ। ਉਹ ਬੀਬੀ ਨਾਲ ਹੀ ਸਰਕਾਰ ਨੂੰ ਖਿੱਚ ਕੇ ਲੈ ਗਈ। ਜਿਸ ਵੇਲੇ ਸਰਕਾਰ ਅਬੂ ਸਵਾਲੀਆ ਪੀਰ ਨੇ ਦੇਖਿਆ ਕਿ ਉਹਨਾਂ ਕਿਹਾ ਕਿ ਤੂੰ ਇਸ ਬੀਬੀ ਨੂੰ ਵਾਪਸ ਭੇਜ ਰਿਹਾ, ਤੂੰ ਹੀ ਕਹਿ ਦੇ ਜੋ ਕੁਛ ਇਹਨੂੰ ਕਹਿਣਾ। ਗੌਸ ਪਾਕ ਸਰਕਾਰ ਨੇ ਕਿਹਾ ਕਿ ਕਿਹੜੀ ਗੱਲ ਹੈ ਅੱਬਾ ਜਾਨ, ਤੁਸੀਂ ਇਸ ਬੀਬੀ ਨੂੰ ਕਹਿ ਹੀ ਦੇਵੋ ਤਾਂ ਕਿ ਹੋਣ ਵਾਲਾ ਬੱਚਾ ਲੜਕਾ ਹੀ ਪੈਦਾ ਹੋਵੇਗਾ। ਕਹਿੰਦੇ ਅਸੀਂ ਕਿਉਂ ਕਹਿ ਦਈਏ, ਜੇ ਬਾਹਲੀ ਗੱਲ ਹੈ ਤਾਂ ਤੂੰ ਹੀ ਕਹਿ ਦੇ। ਗੌਸ ਪਾਕ ਸਰਕਾਰ ਨੇ ਕਿਹਾ ਕਿ ਅੱਬਾ ਜਾਨ, ਜੇ ਮੈਂ ਹੀ ਕਹਿਣਾ ਤਾਂ ਮੈਂ ਹੀ ਕਹਿ ਦਿੰਦਾ ਆ। ਸਰਕਾਰ ਗੌਸ ਪਾਕ ਪੀਰ ਜੀ ਨੇ ਕਿਹਾ ਕਿ ਜਿਹੜਾ ਬੱਚਾ ਇਸ ਦੇ ਪੇਟੋਂ ਪੈਦਾ ਹੋਵੇਗਾ ਉਹ ਤਾਂ ਲੜਕਾ ਹੋਵੇਗਾ ਹੀ, ਇਸ ਦੇ ਘਰ ਵਿੱਚ ਜਿਹੜੀਆਂ 6 ਕੁੜੀਆਂ ਨੇ ਉਹ ਵੀ ਲੜਕੇ ਹੀ ਬਣ ਜਾਣਗੀਆਂ। ਹੁਣ ਉਹ ਬੀਬੀ ਖੁਸ਼ੀਆਂ ਤੇ ਚਾਵਾਂ ਦੇ ਨਾਲ ਵਾਪਸ ਘਰ ਮੁੜ ਪੈਂਦੀ ਆ। ਜਿਸ ਵੇਲੇ ਘਰ ਦੇ ਅੱਗੇ ਪਹੁੰਚਦੀ ਆ, ਕੁੰਡਾ ਲੱਗਾ ਸੀ ਤੇ ਆਵਾਜ਼ਾਂ ਮਾਰਦੀ ਆ ਕਿ ਮੁੰਨੀ ਦਰਵਾਜ਼ਾ ਖੋਲ੍ਹੋ। ਉਹਨਾਂ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਨਾਲ ਕਿਹਾ ਕਿ ਅੰਮੀ ਜਾਨ, ਹੁਣ ਅਸੀਂ ਮੁੰਨੀਆਂ ਨਹੀਂ ਮੁੰਨੇ ਹਾਂ। ਹੁਣ ਉਹ ਬੀਬੀ ਸਰਕਾਰ ਗੌਸ ਪਾਕ ਪੀਰ ਜੀ ਦੀ ਕਰਾਮਤ ਦੇਖ ਕੇ ਹੈਰਾਨ ਹੁੰਦੀ ਆ ਕਿ ਇਹ ਲੜਕੀਆਂ ਤੋਂ ਵੀ ਲੜਕੇ ਕਰ ਦਿੱਤੇ। ਹੁਣ ਉਹ ਪਰਿਵਾਰ ਖੁਸ਼ੀਆਂ ਤੇ ਚਾਵਾਂ ਨਾਲ ਹਰ ਮਹੀਨੇ ਗੌਸ ਪਾਕ ਸਰਕਾਰ ਦੀ 11ਵੀਂ ਦਿੰਦੇ ਆ ਤੇ ਗੌਸ ਪਾਕ ਸਰਕਾਰ ਦਾ ਨਾਮ ਜਪਦੇ ਆ। ਸੋ ਦੋਸਤੋ, ਇਹ ਸੀ ਸਰਕਾਰ ਗੌਸ ਪਾਕ ਪੀਰ ਜੀ ਦੀ ਇੱਕ ਕਰਾਮਤ। ਗੌਸ ਪਾਕ ਸਰਕਾਰ ਨੇ ਹਜ਼ਾਰਾਂ ਹੀ ਨਹੀਂ ਲੱਖਾਂ ਕਰੋੜਾਂ ਇੱਦਾਂ ਦੀਆਂ ਕਰਾਮਾਤਾਂ ਕਰ ਕਰਕੇ ਦਿਖਾਲੀਆਂ ਨੇ। ਦੋਸਤੋ, ਜੇਕਰ ਤੁਸੀਂ ਸਾਡੇ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਬਾਕਸ ਵਿੱਚ 11ਵੀਂ ਵਾਲੀ ਸਰਕਾਰ ਦੀ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੀਆਂ ਕਰਾਮਾਤਾਂ, ਕਲਮੇ, ਪਾਠ, ਸ਼ਬਦ, ਦੁਆ, ਫਰਿਆਦ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।